ਬਿਸਮਿਲ੍ਲਾ ਜੀ। ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਯਾਰ ਅਮਲਦੀਪ ਤੇ ਅੱਜ ਅਸੀਂ ਗੱਲ ਕਰਨੀ ਹੈ। ਸਾਡੇ ਕੋਲ ਇੱਕ ਐਸੇ ਸਾਫੀ ਨੇ ਇਸਲਾਮਾਬਾਦ ਦੇ ਇੰਤਹਾਈ ਸ਼ਰੀਫੁਲ ਨਫਸ ਸਾਫੀ ਜਿਨ੍ਹਾਂ ਨੂੰ ਕਹੀਆ ਜਾਂਦਾ, ਕਿਉਂਕਿ ਉਹ ਇਲਮੀ ਅਦਬੀ ਸਹਾਫਤੀ ਸਕਾਫਤੀ ਇੱਕ ਵੱਡਾ ਖਾਨਵਾਦਾ ਜਿਹੜਾ ਉਸ ਖਾਨਵਾਦੇ ਦਾ ਬੰਦਾ ਅੱਜ ਲੈ ਕੇ ਆਏ ਹਾਂ। ਔਰ ਸਾਡੇ ਇੱਥੇ ਇਸਲਾਮਾਬਾਦ 'ਚ ਮੁਅੱਜ਼ਜ਼ ਤਰੀਨ ਸਾਫੀਆਂ ਸ਼ੁਮਾਰ ਹੁੰਦਾ ਹੈ। ਪੁਰਾਣੇ ਚੀਫ ਰਿਪੋਰਟਰ ਰੋਜ਼ਨਾਮਾ ਪਾਕਿਸਤਾਨ, ਉਹ ਸਾਹਿਬ ਕਿਹੜਾ ਅਖਬਾਰ ਹੈ ਜਿਹੜਾ ਉਹਨਾਂ ਨਹੀਂ ਕੀਤਾ। ਅੱਜ ਕੱਲ ਦੁਨੀਆ ਦੇ ਉਹ ਜਿਹੜੇ ਬਿਊਰੋ ਹੈ, ਚੀਫ ਰਿਪੋਰਟਰ ਹੈ, ਔਰ ਸਾਰੇ ਉਹ ਕੰਮ ਸਾਰੇ ਦੇਖਦੇ ਨੇ। ਔਰ ਇਸਲਾਮਾਬਾਦ ਦੇ ਬਾਖਬਰ ਤਰੀਨ ਸਾਫੀਆਂ ਉਹਨਾਂ ਦਾ ਸ਼ੁਮਾਰ ਹੁੰਦਾ ਹੈ। ਹੈਨ ਕੌਣ? ਜ਼ਫਰ ਹਾਸ਼ਮੀ ਜੀ। अस्सलाम वालेकुम जी। जी वालेकुम अस्सलाम। शाह जी, ਅਸੀਂ ਕੁਝ ਗੱਲਾਂ ਕਰਨੀਆਂ ਨੇ, ਇਸ ਗੱਲ ਵੀ ਕਰਨੀਆਂ ਨੇ ਜ਼ਰੂਰੀ ਨੇ ਕਿ ਤੁਸੀਂ ਆਲਮੀ ਤਨਾਜ਼ਰ ਵੀ ਤੱਕਦੇ ਰਹਿੰਦੇ ਹੋ, ਲੋਕਲ ਮਾਮਲਾਤ ਵੀ ਦੇਖਦੇ ਹੋ ਔਰ ਦਰਦਮੰਦ ਵੀ ਤੁਸੀਂ ਹੈ ਹੋ। ਤੇ ਇਹ ਜਿਹੜਾ ਕਤਰ ਵਾਲਾ ਰੌਲਾ ਹੈ, ਕੁਝ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਕਿਆ ਅਮਰੀਕਾ ਤੋਂ ਪੁੱਛੇ ਬਗੈਰ ਕਤਰ ਤੇ ਹਮਲਾ ਕਰ ਸਕਦਾ ਇਸਰਾਈਲ, ਜਾਂ ਇਸਰਾਈਲ ਸਾਹ ਵੀ ਲੈ ਸਕਦਾ ਹੈ ਅਮਰੀਕਾ ਦੇ ਪੁੱਛੇ ਬਗੈਰ? ਫਿਰ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਹੈ। ਇੱਕ ਦੂਜਾ ਸਵਾਲ ਇਹ ਹੈ ਕਿ ਤੀਸਰੀ ਆਲਮੀ ਜੰਗ ਸ਼ੁਰੂ ਹੋਈ ਹੈ ਕਦੋਂ ਦੀ? ਔਰ ਉਦੋਂ ਦੀ ਸ਼ੁਰੂ ਹੋਈ ਹੈ ਜਦੋਂ ਅਬਾਸ ਤੇ ਇਸਰਾਈਲ ਸ਼ੁਰੂ ਹੋਏ। ਫਿਰ ਉਸ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਹੋਈ, ਫਿਰ ਈਰਾਨ ਤੇ ਇਸਰਾਈਲ ਤੇ ਇਹ ਸਾਰਾ ਇਹ ਸਿਲਸਿਲਾ ਸ਼ੁਰੂ ਹੋ ਗਿਆ। ਔਰ ਹੁਣ ਜੰਗ ਉਸ ਤਰ੍ਹਾਂ ਨਹੀਂ ਹੋਣੀ ਜਿਸ ਤਰ੍ਹਾਂ ਲੋਕ ਆਖਦੇ ਨੇ। ਹੁਣ ਨਾ ਕਿਸੇ ਤਲਵਾਰ ਲੈ ਕੇ ਟੁਰਨਾ, ਨਾ ਕਿਸੇ ਘੋੜਿਆਂ ਤੇ ਚੜ੍ਹ ਕੇ ਆਉਣਾ। ਹੁਣ ਡਿਜੀਟਲ ਵਾਰ ਦਾ ਜ਼ਮਾਨਾ ਹੈ। ਘਰ ਬਹਿ ਕੇ ਵੀਡੀਓ ਗੇਮ ਦੀ ਤਰ੍ਹਾਂ ਲੜਾਈਆਂ ਹੋ ਰਹੀਆਂ ਨੇ ਔਰ ਕਿੱਥੇ ਦਾ ਕਿੱਥੇ ਟੁਰ ਗਿਆ ਸਾਰੇ ਤਨਾਜ਼ਰ ਤੁਹਾਡੇ ਸਾਹਮਣੇ ਨੇ। ਤੁਸੀਂ ਜਿਹੜਾ ਇਹ ਹਮਲਾ ਹੋ ਗਿਆ, ਇਸ ਤੋਂ ਬਾਅਦ ਵਾਲਾ ਹਮਲਾ, ਫਿਰ ਹਮਾਸ ਜਿਹੜਾ ਹੈ, ਇਹ ਸਵਾਲ 4-5 ਤੁਹਾਡੇ ਵਾਸਤੇ ਇਸ ਗੱਲ ਛੱਡ ਗਿਆ, ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ। ਹਮਾਸ ਉੱਪਰ ਹੀ ਹਮਲਾ ਕਿਉਂ ਹੋ ਜਾਂਦਾ ਹੈ? ਕਿਉਂ ਹਮਾਸ ਦੇ ਵਿੱਚ ਵੀ ਉਹਨਾਂ ਆਪਣੇ ਬੰਦੇ ਛੋੜੇ? ਕੀ ਕਹਿੰਦੇ ਹੋ ਤੁਸੀਂ? जी अहमद लतीफ साहब बहुत शुक्रिया। ਤੁਸੀਂ ਇਹ ਜਿਹੜੀ ਥੜਾ ਸਿਆਸਤ ਹੈ ਨਾ, ਉਸ ਨੂੰ ਫਿਲਹਾਲ ਤੁਸੀਂ ਇੰਟਰਨੈਸ਼ਨਲ ਥੜੇ ਤੇ ਲੈ ਗਏ ਹੋ ਜੀ। ਔਰ ਇੱਕ ਇੰਟਰਨੈਸ਼ਨਲ ਤਨਾਜ਼ਰੇ 'ਚ ਗੁਫ਼ਤਗੂ ਹੋ ਰਹੀ ਹੈ। ਕਤਰ ਤੇ ਤਾਜ਼ਾ ਤਰੀਨ ਇਸਰਾਈਲ ਦਾ ਹਮਲਾ ਹੈ, ਪਾਕਿਸਤਾਨ ਦਾ ਕਤਰ ਨਾਲ ਇਜ਼ਹਾਰ ਯਕਜਹਿਤੀ ਹੈ, ਫਿਰ ਉਮਤ ਮੁਸਲਿਮਾ ਜਿਹੜਾ ਹੈ ਉਸ ਦਾ ਕਿਰਦਾਰ ਹੈ, ਅਮਰੀਕਾ ਦਾ ਕਿਰਦਾਰ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਸ ਸੂਰਤ ਹਾਲ ਵਿੱਚ ਇਨਵਾਲਵ ਨੇ। कतर ते हमला करके इसराइल ने अपने ਜਿਹੜੇ ਜਾਰਿਆਨਾ ਅਜ਼ਾਇਮ ਨੇ ਉਹ ਪਹਿਲੇ ਤੇ ਫਲਸਤੀਨ ਤੱਕ ਹੀ ਮਹਦੂਦ ਸਨ। ਹੁਣ ਉਹ ਕਤਰ ਤੇ ਆ ਕੇ ਉਹਨਾਂ ਨੇ ਜਨਾਬ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਏਜੰਡਾ ਹੈ ਨਾ ਗ੍ਰੇਟਰ ਇਸਰਾइल ਦਾ, ਉਸ ਤੇ ਉਹ ਅਮਲ ਉਸ ਤੇ ਜਾਰੀ ਹੈ, ਸ਼ੱਦੋ-ਮਦ ਨਾਲ ਜਾਰੀ ਹੈ। ਔਰ ਉਹਨਾਂ ਦੇ ਕੀ ਕਹੋਗੇ ਇਰਾਦੇ ਇਸ ਵਾਸਤੇ ਜ਼ਿਆਦਾ ਮਜ਼ਬੂਤ ਹੋ ਰਹੇ ਨੇ ਜਾਂ ਉਹ ਉਹਨਾਂ ਨੂੰ ਵਸਤ ਹਾਸਿਲ ਹੋ ਰਹੀ ਹੈ ਕਿਉਂਕਿ ਉਹਨਾਂ ਦੇ ਮੱਦੇ ਮੁਕਾਬਿਲ ਕੋਈ ਖੜਾ ਹੀ ਨਹੀਂ ਹੈ ਜੀ। ਠੀਕ ਹੈ, ਜਿਹੜੀ ਅਰਬ ਸਾਡੇ ਕੰਟਰੀਜ਼ ਨੇ ਔਰ ਰਿਆਸਤਾਂ ਨੇ, ਉਹਨਾਂ ਨੇ ਤੇ ਕੋਈ ਕੀ ਹਾਲ ਕਰ ਦਿੱਤਾ ਹੈ ਇਸਰਾइल ਨੇ ਫਲਸਤੀਨੀਆਂ ਦਾ। ठीक है, लेकिन कोई तुसी देखो कोई रद्द अमल किसी मुस्लिम हुक्मरान की जानिब या किसी मुसलमान रियासत की तरफों नजर आया? सिर्फ दो ममालिक सानू इस सिचुएशन खड़े दिखाई देंदे ने। साडा अपना मुल्क है पाकिस्तान, जिहड़ा अव्वल दिन तो उन्हें इसराइल हाली ये सारे मामला शुरू नहीं होए सन कि पाकिस्तान ने और साडे कायदे आजम रहमतुल्लाह अलैह जिहड़े हैं ने बानी पाकिस्तान, उन्होंने सानू एक लाइन दे दी सी कि इसराइल जिहड़ा है ये अमरीका दा नाजायज बच्चा है और इस नू तस्लीम कदी कीता ही नहीं जा सकदा। अल्हम्दुलिल्लाह असी इस जिहड़ी साडी सारे बानी ने आउटलाइन है, इस ते असी खड़े हाँ। दरम्यान बहुत सारिया हुकूमतां इत्थे पाकिस्तान विच आईयां, लेकिन इस ये जिहड़ा मौकिफ सी ना साडा, इस ते हालांकि तुहानू पता है कि दरम्यान विच बहुत सारिया इस तरह दी गल्लां चलदियां रहियां, कर लो और फिर ये भी आया दो रियासती फार्मूले कर लो। हाँ, और पाकिस्तान भी जो है वो कोई हो सकता है कि इसराइल नू तस्लीम कर ले। लेकिन हुण इस सिचुएशन विच जिहड़ा है ना बड़ा वाज़े मौकिफ पाकिस्तान की तरफों सामने आ गया कि जी अब पाकिस्तान कदी हो ही नहीं सकता इसराइल नू तस्लीम करे। फिर वजीर आजम ने कतर जाके एक वाज़े पैगाम दे दिता है कि जी पाकिस्तान जिहड़ा है वो कदे भी इसराइल दे जारियाना जिहड़े अजाइम ने उन्हां नू सपोर्ट नहीं कर सकता। और कतर ते हमला जिहड़ा है ना ओदी जारियत दा एक और सबूत है जिहड़ा उन्हें शुरू कर रखी है मुसलमानां दे खिलाफ। ते एक नहीं तो कतर हमला करेगा, जवाब तो देने दा हक रखदा है ना। वैसे देखो जवाब तो देना ना उन्हें कि नहीं देना। देखो जवाब जिहड़ा हुंदा है ना वो फौरी दिता जांदा है। ते तुसीं जिस तरह पाकिस्तान ने जवाब दिता इंडिया नू, आहो गल जवाब वो हुंदा है जिस तरह ईरान ने दिता, जिस तरह ईरान ने दिता। बिल्कुल। और जदों तुसीं कहंदे ना कि ਅਸੀਂ ਜਵਾਬ ਦਾ ਹੱਕ महफूज रखने,
ਤੇ ਫਿਰ ਉਹ ਕੰਮ ਹੁੰਦਾ ਮੱਟੀ ਉਹ ਪਾਉ, ਜ਼ਿਆਦਾ ਮਹਿਫੂਜ਼ ਹੋ ਜਾਂਦਾ ਹੈ। ਉਹ ਜ਼ਿਆਦਾ ਮਹਿਫੂਜ਼ ਹੋ ਜਾਂਦਾ। ਓਹੋ ਅੱਛਾ ਅਗਰ ਅਸੀਂ ਇਸ ਕਾਬਿਲ ਹੁੰਦੇ ਕਿ ਜੀ ਜਵਾਬ ਅਸੀਂ ਦੇ ਸਕਦੇ ਹੁੰਦੇ ਜਾਂ ਆਪਣੇ ਜਿਹੜੇ ਸਾਡੇ ਹੈ ਨੇ ਅਰਬ ਉਹ ਦੇ ਸਕਦੇ ਹੁੰਦੇ ਤੇ ਫਿਰ ਇਸਰਾਈਲ ਨੇ ਇਤਨਾ ਜਾਣਾ ਹੀ ਨਹੀਂ ਸੀ। ਤੁਹਾਨੂੰ ਪਤਾ ਹੈ ईरान ने कैसा ਉਹਨੂੰ ਸਬਕ ਸਿਖਾਇਆ ਕਿ ਚੰਦ ਦਿਨਾਂ ਚ ਇਸਰਾਈਲ ਨੂੰ ਉਸਦੀ ਜਿਹੜੀ ਔਕਾਤ ਹੈ ਉਹ ਯਾਦ ਦਿਲਾ ਦਿੱਤੀ। ਆਓ ਬੰਕਰਾਂ ਚਲੇ ਗਏ ਪਹਿਲੀ ਦਫਾ ਇਸਰਾਈਲੀ ਜਿਹੜੇ ਯਹੂਦੀ ਨੇ ਉਹ ਵੀ ਚੀਖੋ ਪੁਕਾਰ ਕਰਦੇ ਨਜ਼ਰ ਆਏ ਕਿ ਸਾਨੂੰ ਬਖਸ਼ ਦਿਓ, ਸਾਨੂੰ ਮਾਫ ਕਰ ਦਿਓ। ਅੱਛਾ ਇੱਕ ਹੋਰ ਜਜ਼ਬਾਤੀ ਜੀ ਗੱਲ ਹੈ, ਲੋਕ ਆਖਦੇ ਨੇ ਜੀ ਉਹ ਇੱਕ ਫੌਜ ਬਣੀ ਸੀ ਜਿਹਦਾ ਨਾਂ ਸੀ ਇਸਲਾਮੀ ਫੌਜ। जनरल राहिल शरीफ ਦੇ ਸਰਬਰਾਹ ਬਣਾਏ ਗਏ ਸਨ। ਉਹ ਦਹਿਸ਼ਤਗਰਦੀ ਦੇ ਖਿਲਾਫ ਲੜੇ ਜਾਣ ਵਾਲੀ ਆਲਮੀ ਜੰਗ ਜਿੱਤਣ ਤੋਂ ਬਾਅਦ ਉਹ ਦਹਿਸ਼ਤਗਰਦੀ ਦੇ ਖਿਲਾਫ ਲੜਨ ਵਾਸਤੇ ਇੱਕ ਫੋਰਸ ਬਣਾਈ ਸੀ। ਕਿਆ ਜਿਹੜਾ ਇਸਰਾਈਲ ਹੈ ਉਹ ਗੁੰਡਾ ਰਿਆਸਤ ਨਹੀਂ, ਉਹ ਦਹਿਸ਼ਤਗਰਦ ਰਿਆਸਤ ਨਹੀਂ? ਇੱਕ ਅਗਰ ਉਹ ਦਹਿਸ਼ਤਗਰਦ ਰਿਆਸਤ ਹੈ ਤੇ ਦਹਿਸ਼ਤਗਰਦੀ ਦੇ ਖਿਲਾਫ ਬਣੇ ਵਾਲੀ ਜਿਹੜੀ ਫੋਰਸ ਹੈ ਆਲਮੀ ਇਸਲਾਮੀ ਫੋਰਸ, ਉਹ ਕਦੋਂ ਬਰਸਰੇ ਕਾਰ ਆਏਗੀ ਔਰ ਕਦੋਂ ਕਰੇਗੀ? ਇੱਕ ਹੈ ਉਮਾ ਜਿਹੜੀ ਹੈ ਉਹਦੇ ਵਿੱਚ ਜ਼ਾਹਿਰ ਹੈ ਸਾਰੇ ਲੋਕ ਮੌਜੂਦ ਹਨ ਔਰ ਅਸੀਂ ਜ਼ੇਰੇ ਜ਼ਮੀਨ ਖਜ਼ਾਨੇ ਹੋਵਣ, ਸਾਡਾ ਹਿਊਮਨ ਕੈਪੀਟਲ ਹੋਵੇ, ਸਾਡੀਆਂ ਸਕਿੱਲਾਂ ਹੋਵਣ, ਸਾਡੇ ਕੋਲ ਪੈਸੇ ਹੋਵਣ, ਤੇਲ ਹੋਵੇ, ਸਭ ਕੁਝ ਹੋਵੇ। ਮੁਸਲਮਾਨ ਮਮਾਲਕ ਜਿਹੜੇ ਨੇ ਉਹ ਪੂਰੀ ਦੁਨੀਆ ਨੂੰ ਜਿਹਨੂੰ ਕਹਿੰਦੇ ਨਾ ਉਹ ਕੋਡਾ ਕਰਨ ਦੀ ਪੋਜੀਸ਼ਨ 'ਚ ਹਨ, ਕੰਨ ਫੜਾਉਣ ਦੀ ਪੋਜੀਸ਼ਨ 'ਚ। ਤੇ ਕਿਆ ਇਹ ਕੋਈ ਸੂਰਤ ਐਸੀ ਬਣੇਗੀ ਜਾਂ ਅਸੀਂ ਬਸ ਗੱਲਾਂ ਹੀ ਕਰਾਂਗੇ? ਦੇਖੋ ਮੈਨੂੰ ਤੇ ਲੱਗਦਾ ਕਿ ਉਹ ਜਿਹੜੀ ਤੁਸੀਂ ਫੋਰਸ ਦੀ ਗੱਲ ਕੀਤੀ ਹੈ ਨਾ ਉਹ ਸ਼ਾਇਦ ਰਾਹੀਲ ਸ਼ਰੀਫ ਨੂੰ ਆਫਟਰ ਰਿਟਾਇਰਮੈਂਟ ਕੋਈ ਉਹਦਾ ਦੇਣ ਵਾਸਤੇ ਜਿਹੜੀ ਉਹ ਬਣਾਈ ਗਈ ਸੀ। ਤੋ ਹੈ ਕੋਈ ਉਹ ਉਸ ਦਾ ਕੋਈ ਵਜੂਦ ਤੇ ਸਾਨੂੰ ਨਜ਼ਰ ਨਹੀਂ ਆਇਆ, ਜਾਂ ਅਸੀਂ ਇੱਕ ਦੋ ਦਫਾ ਦੇਖਿਆ ਕਿ ਜੀ ਉਹ ਰਾਹੀਲ ਸ਼ਰੀਫ ਸਾਹਿਬ ਅਰਬਾਂ ਦੇ ਨਾਲ ਮਿਲ ਕੇ ਤੇ ਉਹ ਜਨਾਬ ਅਲੀ ਤਲਵਾਰ ਦੇ ਲੈ ਕੇ ਤੇ ਡਾਂਸ ਕਰ ਰਹੇ ਨੇ। ਬਸ ਉਹ ਉਸ ਹੱਦ ਤੱਕ ਉਹ ਕਲਚਰਲ ਫੋਰਸ ਹੈ, ਉਹ ਲੱਗਦਾ ਇसी तरह ਕਿਉਂਕਿ ਮੁਸਲਮਾਨਾਂ ਦਾ ਦਿਫਾ ਕਰਦੀ ਤੇ ਉਹ ਕਦੀ ਨਜ਼ਰ ਨਹੀਂ ਆਈ। ਠੀਕ ਹੈ ਕਿਸੇ ਮਹਾਜ਼ ਤੇ ਕਿਸੇ ਜਗ੍ਹਾ ਤੇ ਕਿਸੇ ਉਹਦਾ ਕੋਈ ਵਜੂਦ ਅਸੀਂ ਇਸ ਤਰ੍ਹਾਂ ਦਾ ਦੇਖਿਆ ਹੀ ਨਹੀਂ ਕਿ ਅਸੀਂ ਇਹ ਕਹੀਏ ਕਿ ਹਾਂ ਜੀ ਮੁਸਲਮਾਨਾਂ ਦੇ ਦਿਫਾ ਵਾਸਤੇ ਕੋਈ ਮੁਸਲਿਮ ਕੰਟਰੀਜ਼ ਦੀ ਜਿਹੜੀ ਫੋਰਸ ਹੈ ਉਹ ਮਾਰਜ਼ੇ ਵਜੂਦ ਵਿੱਚ ਆ ਚੁੱਕੀ ਹੈ। ਯਾਨੀ ਉਹ ਕਾਗਜ਼ੀ ਫੋਰਸ ਸੀ, ਉਹ ਕਾਗਜ਼ਾਂ 'ਚ ਹੀ ਹੈ ਔਰ ਉਹ ਕਾਗਜ਼ਾਂ 'ਚ ਮੇਰਾ ਖਿਆਲ ਹੈ ਹੁਣ ਸ਼ਾਇਦ ਮੁੱਕ ਵੀ ਜਾਏਗੀ। ਅੱਛਾ ਇੱਕ ਹੋਰ ਸਵਾਲ ਹੈ, ਇਹ ਤਾਂ ਗੱਲ ਚਲੋ ਮੁੱਕ ਹੀ ਗਈ। ਅਮਰੀਕਾ, ਰੂਸ, ਚੀਨ, ਇਹ ਜਿਹੜੀ ਲੜਾਈ ਹੋਈ ਸੀ, ਇਹ ਜਿਹੜਾ ਐਪੀਸੋਡ ਹੋਇਆ ਇੰਡੀਆ ਦਾ ਤੇ ਪਾਕਿਸਤਾਨ ਦਾ, ਉਹਦੇ ਵਿੱਚ ਅਸਾਂ ਤੱਕਿਆ ਕਿ ਚੀਨ ਦੇ ਹਥਿਆਰ ਤੇ ਪਾਕਿਸਤਾਨ ਦੇ ਜਿਹੜੇ ਹਵਾਬਾਜ਼ ਤੇ ਉਹਨਾਂ ਨੇ ਦੱਸਿਆ ਕਿ ਰਾਫੇਲ ਦੀ ਵੀ ਕੋਈ ਵੈਲਿਊ ਨਹੀਂ ਤੇ ਉਹ ਜਿਹੜਾ ਸਿਸਟਮ ਉਹਦੀ ਵੀ ਕੋਈ ਵੈਲਿਊ ਨਹੀਂ। ਔਰ ਉਹਨਾਂ ਦੱਸ ਦਿੱਤਾ ਕਿ ਇਸ ਵੇਲੇ ਜਿਹੜੀ ਵਾਰ ਬਿਜ਼ਨਸ ਹੈ ਜਾਂ ਵਾਰ ਇੰਡਸਟਰੀ ਹੈ ਸਾਰੀ ਦੀ ਸਾਰੀ, ਉਸ ਵਿੱਚ ਇਸ ਵੇਲੇ ਚੀਨ ਹੈ ਔਰ ਚੀਨ ਦੀਆਂ ਚੀਜ਼ਾਂ ਫਿਰ ਵਿਕੀਆਂ ਵੀ। ਗੋਇਆ ਅਸਾਂ ਇੱਕ ਐਸਾ ਜਿਹਨੂੰ ਕਹਿੰਦੇ ਨੇ ਪਾਵਰ ਸ਼ੋਅ ਕੀਤਾ ਔਰ ਪੂਰੀ ਦੁਨੀਆ ਨੂੰ ਦੱਸਿਆ ਕਿ ਇਸ ਵੇਲੇ ਸਾਰੇ ਅਸਲੇ ਮੁੱਕ ਗਏ, ਚੀਨ ਦਾ ਅਸਲਾ ਟਾਪ ਤੇ ਜਾਂਦਾ ਪਿਆ। ਤੇ ਇਹ ਚੀਨ ਜਿਹੜੀਆਂ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਇੱਕ ਜਿਹੜਾ ਉਹ ਉਹਨਾਂ ਦਾ ਜਿਹੜਾ 80 ਸਾਲਾ ਜਸ਼ਨ ਹੋਇਆ ਉਹਦੇ ਵਿੱਚ ਵੀ ਹੋਇਆ। ਉਸ ਤੋਂ ਬਾਅਦ ਫੋਰਸ ਸਾਰੀ ਤੱਕੀ, ਤੁਸੀਂ ਸਾਰੀ ਜ਼ਿੰਦਗੀ ਤੁਸੀਂ ISPR ਔਰ ਜਿਹੜਾ ਫੋਰਸਿਸ ਹੈ ਉਹਨਾਂ ਨੂੰ ਕਵਰ ਕਰਦਿਆਂ ਤੁਹਾਡੇ ਗੁਜ਼ਰ ਗਈ। ਤੇ ਉਹ ਜਿਹੜਾ ਸ਼ੋਅ ਸੀ ਪਾਵਰ ਸ਼ੋਅ ਜਿਹਨੂੰ ਕਹਿੰਦੇ ਚੀਨ ਦਾ, ਉਸਨੇ ਪੂਰੀ ਦੁਨੀਆ ਨੂੰ ਸਿਰਫ ਮਾਲੀਆਤੀ ਨਹੀਂ, ਅਸਕਰੀ ਨਹੀਂ, ਸਾਰੇ ਮਾਮਲਾਤ ਦੱਸਿਆ ਕਿ ਅਸੀਂ ਜਿਹੜੇ ਵੀ ਕੋਈ ਪੰਗਾ ਲਿਆ ਤਾਂ ਉਹਨੂੰ ਅਸੀਂ ਠੀਕ ਕਰਾਂਗੇ। ਉਹ ਹੁਣ ਅਗਰ ਅਰਬ ਸਾਰੇ ਦੇ ਸਾਰੇ ਉਹ ਜਿਹੜੇ ਪੈਸੇ ਉਹਨਾਂ ਰੱਖੇ ਨੇ ਅਮਰੀਕਾ ਵਗੈਰਾ ਤੇ ਬਰਤਾਨੀਆ ਚੋਂ ਸਾਰੇ ਕੱਢ ਕੇ ਤੇ ਇੱਧਰ ਟੁਰ ਗਏ ਔਰ ਏਸ਼ੀਆ ਦੇ ਬਲਾਕ ਚ ਆ ਗਏ, ਕਿਉਂਕਿ ਉਹਨਾਂ ਨੂੰ ਅਸੂਲੀ ਤੌਰ ਤੇ ਏਸ਼ੀਆ ਦੇ ਬਲਾਕ ਚ ਆਉਣਾ ਚਾਹੀਦਾ, ਤੇ ਤੁਸੀਂ ਕੀ ਸਮਝਦੇ ਹੋ ਪਏ ਏਸ਼ੀਆ ਅਗਰ ਖਲੋ ਗਿਆ ਤੇ ਕੀ ਬਣੇਗਾ? ਦੇਖੋ ਇਸ ਵੇਲੇ ਤੇ ਖਤਰਾ ਹੀ ਜਿਹੜਾ ਹੈ ਨਾ ਇਹੀ ਹੈ ਅਮਰੀਕਾ ਨੂੰ ਵੀ ਖਤਰਾ, ਸਾਰੇ ਯੂਰਪ ਨੂੰ ਵੀ ਹੈ ਕਿ ਜੀ ਅਗਰ ਏਸ਼ੀਆ ਖਲੋ ਗਿਆ ਤੇ ਫਿਰ ਉਹਨਾਂ ਦੀ ਚੌਧਰਾਹਟ ਹੈ ਜੋ ਉਹ ਤੇ ਖਤਮ ਹੋ ਜਾਏਗੀ। ਹੁਣ ਏਸ਼ੀਆ ਤੁਸੀਂ ਦੇਖੋ ਨਾ, ਚੀਨ ਨੂੰ ਤੁਸੀਂ ਦੇਖ ਲਓ, ਠੀਕ ਹੈ, ਉਹ ਹੁਣ ਜਿਹੜੀ ਤੁਸੀਂ ਅਭੀ ਤੁਸੀਂ ਹਵਾਲਾ ਦੇ ਰਹੇ ਸੋ ਇੱਕ ਉਹਨਾਂ ਦੀ ਪਰੇਡ ਹੋਈ ਹੈ ਔਰ ਉਸ ਵਿੱਚ ਉਹਨਾਂ ਨੇ ਹਥਿਆਰਾਂ ਦੀ ਨੁਮਾਇਸ਼ ਕੀਤੀ ਹੈ। ਉਹ ਤੇ ਦੁਨੀਆ ਦੇ ਉਸ ਤੋਂ ਪਹਿਲਾਂ ਸ਼ਿਕਾਇਤ ਵੀ ਕੀਤੀ ਉਹਨਾਂ ਉਹ ਵੀ ਦੱਸਿਆ, ਉਹਨਾਂ ਮਾਲੀਆਤ ਵੀ ਦੱਸਿਆ ਤੇ ਅਸਕਰੀਆਤ ਵੀ ਦੱਸਿਆ ਤੇ ਉਹ ਤੇ ਉਹਨਾਂ ਨੇ ਕੰਨ ਖੜੇ ਕਰ ਦਿੱਤੇ ਨੇ, ਠੀਕ ਹੈ, ਮੁਖਾਲਿਫ ਫੋਰਸਾਂ ਦੇ। ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਚੀਨ ਜਿਹੜਾ ਹੈ ਉਹ ਨਹੀਂ ਰੁਕਦਾ, ਕਿਸੇ ਕੋਲੋਂ ਨਹੀਂ ਰੁਕਦਾ। ਜੀ ਅਸੀਂ ਇਹ ਕਹੀਏ ਕਿ ਚੀਨ ਕੋਈ ਤਾਕਤ ਬਣਨ ਜਾ ਰਿਹਾ, ਉਹਨੇ ਕਿਹਾ ਚੀਨ ਤਾਕਤ ਬਣ ਚੁੱਕਿਆ ਹੈ, ਠੀਕ ਹੈ। ਤੇ ਉਹ ਹੁਣ ਅਗਰ ਚੀਨ, ਪਾਕਿਸਤਾਨ ਔਰ ਰੂਸ ਜਿਹੜਾ ਹੈ ਨਾ ਉਹ ਇਸ ਨਾਲ ਈਰਾਨ ਵੀ ਈਰਾਨ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਈਰਾਨ ਤੇ ਹਰ ਕਿਸਮ ਦੀ ਤੁਸੀਂ ਪਾਬੰਦੀ ਲਗਾ ਕੇ ਦੁਨੀਆ ਨੇ ਦੇਖ ਲਈ, ਲੇਕਿਨ ਫਿਰ ਵੀ ਉਹਨੇ ਜਿਸ ਤਰ੍ਹਾਂ ਇਸਰਾਈਲ ਦਾ ਮੁਕਾਬਲਾ ਕੀਤਾ ਔਰ ਜਿਸ ਤਰ੍ਹਾਂ ਆਪਣੇ ਆਪ ਨੂੰ ਇੱਕ ਮਿਲਟਰੀ ਤਾਕਤ ਉਹਨੇ ਸ਼ੋਅ ਕੀਤਾ, ਤੇ ਹੁਣ ਤੁਸੀਂ ਈਰਾਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਹੁਣ ਦੇਖੋ ਨਾ ਅਮਰੀਕਾ ਮਤਲਬ ਹੈ ਕਿ ਇੱਕ ਉਹ ਹਮਲਾ ਕਰਨ ਤੋਂ ਬਾਅਦ ਹੁਣ ਖਾਮੋਸ਼ ਹੋ ਗਿਆ, ਚੁੱਪ ਕੀਤੀ ਹੈ। ਉਹ ਆਖਦਾ ਮੇਰੇ ਕੋਲ ਪੁੱਛੋ ਬਗੈਰ ਕੀਤਾ ਸਰ, ਮੈਂ ਨਹੀਂ ਕਿਹਾ, ਮੇਰੀ ਇਜਾਜ਼ਤ ਨਹੀਂ ਹੋਈ, ਪਹਿਲਾਂ ਵੀ ਇੰਜ ਹੋਇਆ ਹੈ। ਆਦਮੀ ਫਿਰ ਉਹਨੇ ਕਿਹਾ ਕਿ ਅਸੀਂ ਜਨਾਬ ਅਲੀ ਉਹ ਈਰਾਨ ਦੀ ਜਿਹੜੀ ਹੈ ਉਹ ਐਟਮੀ ਸਲਾਹੀਅਤ ਅਸੀਂ ਖਤਮ ਕਰ ਦਿੱਤੀ ਹੈ, ਲੇਕਿਨ ਈਰਾਨ ਨੇ ਕਿਹਾ ਕਿ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹਾਂ, ਮੈਂ ਚੁੱਕ ਲਿਆ ਸਭ ਚੀਜ਼ਾਂ ਸਾਡੀਆਂ, ਮੈਂ ਚੁੱਕ ਲਿਆ, ਮਹਿਫੂਜ਼ ਕਰ ਲਿਆ ਹੈ। ਔਰ ਹੁਣ ਦੇਖੋ ਕਿ ਕੋਈ ਸਿਵਾਏ ਮਿਸਾਈਲ ਟੈਕਨੋਲੋਜੀ ਕਿੱਥੇ ਤੇ ਕਿੱਥੇ ਟੁਰ ਗਈ ਨਾ ਜ਼ਬਾਨੀ ਬਿਆਨ ਦੇ, ਔਰ ਹੁਣ ਕੋਈ ਇਸਰਾਈਲ ਈਰਾਨ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਇਕਦਾਮ ਨਜ਼ਰ ਨਹੀਂ ਆ ਰਿਹਾ। ਤੁਸੀਂ ਕਹੋ ਕਿ ਹਾਂਜੀ ਹੁਣ ਵੀ ਉਹਨੂੰ ਜਿਹੜਾ ਹੈ ਕੋਈ ਇੰਤਕਾਮੀ ਕਾਰਵਾਈ ਦਾ ਨਿਸ਼ਾਨਾ ਬਣਾਇਆ ਜਾਏਗਾ, ਤੇ ਤੁਸੀਂ ਠੀਕ ਕਿਹਾ ਕਿ ਹੁਣ ਈਰਾਨ ਵੀ ਇਸ ਤਾਕਤ ਦੇ ਜਿਹੜੇ ਮਰਾਕਜ਼ ਹਨ ਉਹਨਾਂ ਚ ਸ਼ਾਮਿਲ ਹੋ ਗਿਆ। ਹੁਣ ਗੱਲ ਰਹਿ ਗਈ ਸੀ ਖਾਲੀ ਇੰਡੀਆ ਦੀ। ਇੰਡੀਆ ਇਸ ਸੂਰਤ ਹਾਲ ਵਿੱਚ ਬੜਾ ਪਰੇਸ਼ਾਨ ਸੀ, ਜਿਸ ਤਰ੍ਹਾਂ ਦਾ ਟਫ ਟਾਈਮ ਦਿੱਤਾ ਹੈ ਡੋਨਾਲਡ ਟਰੰਪ ਨੇ। ਸ਼ੰਘਾਈ ਟਾਵਰ ਚ ਜਦੋਂ ਉਹ ਗਿਆ ਹੈ ਤੇ ਸਾਡਾ ਵਜ਼ੀਰ ਆਜ਼ਮ ਇੱਕ ਫਾਤੇ ਵਜ਼ੀਰ ਆਜ਼ਮ ਦੇ ਤੌਰ ਤੇ ਖਲੋਤਿਆ ਸੀ, ਤੇ ਉਹ ਇੱਕ ਬਾਕਾਇਦਾ ਜਿਹਨੂੰ ਕਹਿੰਦੇ ਨਾ ਭੀਗੀ ਬਿੱਲੀ ਮੁਹਾਵਰਾ ਹੈ ਉਹ ਬਣਿਆ, ਬਲਕਾ ਖਫੀਫ ਹੋਇਆ, ਛੁਪਦਾ ਫਿਰਦਾ, ਮੂੰਹ ਛੁਪਾਦਾ ਫਿਰਦਾ ਸੀ, ਔਰ ਬੜਾ ਰਾਫੇਲ ਹੋਤੇ तो ये कर देता, मैं ये हूं। 5 ਗੁਣਾ ਵੱਡਾ ਮੁਲਕ ਪਾਕਿਸਤਾਨ ਨਾਲੋਂ, ਪਾਕਿਸਤਾਨ ਨੇ ਉਹਨੂੰ ਬਾਕਾਇਦਾ ਕੰਨ ਫੜਾਏ, ਔਰ ਦੁਨੀਆ ਨੇ ਉਹ ਕੰਨ ਫੜਾਏ ਮੰਨ ਲਏ। ਅਹਿਮਦ ਸ਼ਰੀਫ ਸਾਹਿਬ ਦੇਖੋ ਇਹ ਤੇ ਅਸੀਂ ਸਾਬਤ ਕਰ ਦਿੱਤਾ ਹੈ ਨਾ ਕਿ ਜੰਗ ਸਿਰਫ ਹਥਿਆਰਾਂ ਨਾਲ ਨਹੀਂ ਲੜੀ ਜਾ ਸਕਦੀ, ਜੰਗ ਲੜੀ ਹੌਸਲਿਆਂ ਨਾਲ, ਜਜ਼ਬਿਆਂ ਨਾਲ, ਠੀਕ ਹੈ, ਕੂਵਤ ਈਮਾਨੀ ਨਾਲ ਲੜੀ ਜਾਂਦੀ ਹੈ। ਮਤਲਬ ਹੈ ਕਿ ਰਾਫੇਲ ਉਹਨਾਂ ਨੇ ਬੜਾ ਦਾਵਾ ਕੀਤਾ ਰਾਫੇਲ ਦੇ ਬਾਰੇ, ਜਿਸ ਤਰ੍ਹਾਂ 2019 ਚ ਅਸੀਂ ਉਹਨਾਂ ਦੇ ਜਿਹੜਾ ਹੈ ਨਾ ਉਹ ਅਭਿਨੰਦਨ ਵਾਲਾ ਜਿਹੜਾ ਵਾਕਿਆ ਹੋਇਆ ਸੀ, ਹਾਂ, ਤੇ ਉਸ ਵੇਲੇ ਵੀ ਉਹ ਮੋਦੀ ਨੇ ਕਿਹਾ ਸੀ ਕਿ ਅਗਰ ਰਾਫੇਲ मैं ये कर लेता, मैं वो कर और ये सूरत हाल मैं जान के आखिर राफेल होते तो ये हो जाता। तो हुण राफेल भी इस जंग च राफेल भी ਉਹ ਵੀ ਜਾਂਦੇ ਰਹੇ, लेकिन वो ड्रोन भी ਜਾਂਦੇ ਰਹੇ। ਅਸੀਂ ਸਿਰਫ ਜਿਹੜਾ ਹੈ ਇੰਡੀਅਨ 에ਅਰ ਫੋਰਸ ਦਾ ਹੀ ਬੇੜਾ ਗਰਕ ਨਹੀਂ ਕੀਤਾ, ਅਸੀਂ ਤੇ ਰਾਫੇਲ ਦੀ ਵੀ ਰਾਫੇਲ ਦਾ ਵੀ ਜਿਹੜਾ ਉਹ ਉਹਨੂੰ ਬਕਾਇਦਾ ਪੰਚਰ ਕਰ ਦਿੱਤਾ ਹੈ, ਔਰ ਬਾਕੀ ਮਾਮਲਾਤ ਤੱਕੇ ਨਸੀ। ਤੇ ਤੁਸੀਂ ਹੁਣ ਕੀ ਸਮਝਦੇ ਹੋ ਪਏ ਇਸ ਸਾਰੀ ਸੂਰਤ ਹਾਲ ਨੂੰ? ਕਿਆ ਸਾਨੂੰ ਰੀਜਨਲਿਜ਼ਮ ਜਿਹੜਾ ਹੈ ਉਸ ਦੀ ਤਰਫ ਜਾਣਾ ਚਾਹੀਦਾ, ਔਰ 2 ਗੁੰਡਾ ਰਿਆਸਤਾਂ ਏਸ਼ੀਆ ਦੀਆਂ ਜਿਹੜੀਆਂ ਯੂਰਪ ਦੀ ਉਂਗਲੀ ਫੜ ਕੇ ਜਾਂ ਉਹਦਾ ਜਿਹੜਾ ਦਾਣਾ ਚੁਗਦੇ ਨੇ, ਔਰ ਉਹਨਾਂ ਦੇ ਕਹਿਣ ਤੇ ਆਪਣੇ ਘਰ ਨੂੰ ਖਰਾਬ ਕਰਦੇ ਨੇ, ਇੰਡੀਆ ਔਰ ਇਸਰਾਈਲ ਦੋਏ ਏਸ਼ੀਆ ਚ। ਤੇ ਤੁਸੀਂ ਕੀ ਸਮਝਦੇ ਹੋ ਏਸ਼ੀਆ ਦੇ ਵੱਡੇ ਜਿਹੜੇ ਨੇ ਸਾਰੇ, ਉਹ ਸਾਰੇ ਰਲ ਕੇ ਇਹਨਾਂ ਦਾ ਕੋਈ ਸੋਸ਼ਲ ਬਾਈਕਾਟ ਕਰਨ ਜਾਂ ਇਹਨਾਂ ਨੂੰ ਕੰਨ ਫੜਾਉਣ ਵੀ ਤੁਸੀਂ ਬਾਹਰ ਦੀਆਂ ਗੱਲਾਂ ਕਿਉਂ ਸੁਣਦੇ ਹੋ ਜੀ? ਇਹ ਕੀ ਹੋ ਸਕਦਾ? ਹੁਣ ਦੇਖੋ ਰੀਜਨਲ ਤੇ ਸਿਆਸਤ ਪਹਿਲੇ ਵੀ ਹੋ ਰਹੀ ਸੀ, ਔਰ ਬੜੀ ਕੋਸ਼ਿਸ਼ਾਂ ਜਿਹੜੀਆਂ ਨਾ ਬੜੇ ਅਰਸੇ ਤੋਂ ਜਾਰੀ ਨੇ ਕਿ ਰੀਜਨਲ ਇਸਤਹਿਕਾਮ ਹੋਣਾ ਚਾਹੀਦਾ ਹੈ, ਰੀਜਨਲ ਆਪਣੇ ਘਰ ਨੂੰ ਬਚਾਓ, ਆਪਣੇ ਘਰ ਨੂੰ ਬਚਾਓ। ਤੁਸੀਂ ਦੇਖੋ ਕਿ ਇਸ ਤੋਂ ਪਹਿਲੇ ਇੱਕ ਸਾਰਕ ਤੰਜ਼ੀਮ ਬਣੀ ਸੀ, ਉਹਦਾ ਵੀ ਇਹੀ ਮਕਸਦ ਸੀ ਕਿ ਰੀਜਨਲ ਨੂੰ, ਉਹ ਜਨੂਬੀ ਏਸ਼ੀਆ ਦੀ ਗੱਲ ਸੀ, ਬਿਲਕੁਲ, ਤੇ ਉਹਨੂੰ ਇੰਡੀਆ ਨੇ ਜਿਹੜਾ ਹੈ ਉਹ ਬਿਲਕੁਲ ਹੀ ਜ਼ੀਰੋ ਕਰ ਦਿੱਤਾ, ਕਿਉਂਕਿ ਇੰਡੀਆ ਉਸ ਵੇਲੇ ਆਪਣੇ ਆਪ ਨੂੰ ਤਾਕਤ ਸਮਝਦਾ, ਇੰਡੀਆ ਤਾਂ ਹੁਣ ਮੁੱਕ ਹੀ ਗਿਆ, ਹਾਂ, ਤੇ ਉਹਨੇ ਚੱਲਣ ਨਹੀਂ ਦਿੱਤਾ ਸਾਰਕ ਨੂੰ। ਤੇ ਹੁਣ ਵੀ ਰੀਜਨਲ ਜਿਹੜੀ ਇਸਤਹਿਕਾਮ ਹੈ, ਰੀਜਨਲ ਤਰੱਕੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਜਦੋਂ ਤੱਕ ਇੱਕ ਤਰੱਕੀ ਨਹੀਂ ਹੋਏਗੀ ਤੁਸੀਂ ਦੁਨੀਆ ਦਾ ਮੁਕਾਬਲਾ ਨਹੀਂ ਕਰ ਸਕਦੇ। ਅੱਛਾ, ਸ਼ੰਘਾਈ ਨੂੰ ਤੁਸੀਂ ਚਾਹੁੰਦੇ ਹੋ ਵੀ ਉਹਨੂੰ ਸ਼ੰਘਾਈ ਨੂੰ ਅਸੀਂ ਏਸ਼ੀਅਨ ਨੈਟੋ ਬਣਾ ਲਈਏ? देखो आगे चल के मेरा बनेगा आगे चल के, अगर इस तरह का ये सिलसिला इसी तरह जारी रहा, और देखो और इस्राइल की बदमाशी जारी रही, हाँ, ये जिस तरह हुन चीन च होई है, कॉन्फ्रेंस होई है, उन्हें दस्या सारी दस्या, और ਉਹਦਾ ਇੱਕ ਬੜਾ ਤੁਸੀਂ ਉਹਦੇ ਸਟਰੋਂਗ ਮੈਸੇਜ ਜਿਹੜਾ ਉਹ ਸਾਹਮਣੇ ਆਇਆ। ਤੇ ਇਹ ਜਿਹੜੀ ਹੈ ਇਲਾਕਾਈ ਇਸਤਹਿਕਾਮ ਜੀ, ਔਰ ਉਸ ਦੇ ਹਵਾਲੇ ਨਾਲ ਜਿੰਨੀ ਤਨਜ਼ੀਮਾਂ ਨੇ ਉਹਨਾਂ ਨੂੰ ਫਾਲ ਕਰਨ ਦੀ, ਉਹਨਾਂ ਨੂੰ ਤਰੱਕੀ ਵਾਸਤੇ। ਅੱਛਾ ਗੋਇਆ ਅਸੀਂ ਹੁਣ ਇੱਕ ਨਾਰਾ ਲਾ ਲਈਏ, ਏਸ਼ੀਆ ਅਜ਼ੀਮ ਹੈ, ਸੁਰਖ ਨਾ ਕਹਿੰਦੇ ਨਾ ਸਬਜ਼ ਕਹਿੰਦੇ ਆ, ਏਸ਼ੀਆ ਅਜ਼ੀਮ ਤੇ ਕਹਿ ਸਕਨੇ ਆ ਨਾ। ਦੇਖੋ ਏਸ਼ੀਆ ਚ ਹੁਣ ਬੜੀਆਂ ਪਾਵਰਸ ਨੇ ਨਾ, ਪਾਕਿस्तान है, ईरान है, रूस है, जापान है, इसराइल भी है इवन, लेकिन इसराइल तो सारा नहीं जो खराब कर देना पिया है तो ਇੱਥੇ ਹੀ ਨਾ ਹੈ, ਇੱਥੇ ਹੀ, ਲੇਕਿਨ ਉਹਦਾ ਕਿਰਦਾਰ ਜਿਹੜਾ ਹੈ ਨਾ ਉਹ ਸਬੋਤਾਜ ਕਰਨ ਦਾ, ਹਾਂ, ਸਬੋਤਾਜ ਕਰਨ ਦਾ, ਉਹਨੂੰ ਅਸੀਂ ਇਸ ਗ੍ਰੇਟ ਗੇਮ 'ਚ ਨਹੀਂ ਸ਼ਾਮਲ ਕਰਦੇ। ਹਾਂ, ਲੇਕਿਨ ਅਸੀਂ ਅਗਰ ਤਾਕਤਵਰ ਹੋ ਜਾਵਾਂਗੇ ਤੇ ਫਿਰ ਇਸਰਾਈਲ ਨੂੰ ਪੈਗਾਮ ਜਾ ਸਕਦਾ ਹੈ ਕਿ ਭਾਈ ਅਗਰ ਬੰਦੇ ਦਾ ਪੁੱਤਰ ਬਣ, ਅਗਰ ਉਸਨੇ ਆਪਣੇ ਅਜ਼ਾਇਮ ਨੂੰ ਕੰਟਰੋਲ ਨਾ ਕੀਤਾ ਔਰ ਕੋਈ ਉਹਨੇ ਆਪਣਾ ਬੰਦੇ ਦਾ ਪੁੱਤਰ ਨਾ ਬਣਿਆ ਤੇ ਉਹਨੂੰ ਕਿਸੇ ਰੱਦੇ ਅਮਲ ਦਾ, ਸਟਰੋਂਗ ਰੱਦੇ ਅਮਲ ਦਾ ਸਾਹਮਣਾ ਕਰਨਾ ਪੜ ਸਕਦਾ। ਅੱਛਾ, ਇੱਕ ਹੋਰ ਗੱਲ ਚੱਲਦੀ ਹੈ ਵੀ ਆਖਰ ਚ ਮੈਂ ਥੋੜੀ ਜਿਹੀ ਤੁਹਾਡੇ ਕੋਲ ਇਸ ਗੱਲ ਪੁੱਛਾਂ, ਮਾਹਿਰਾਨਾ ਰਾਏ, ਕਿਉਂਕਿ ਜਿਹੜੇ ਅਸਕਰੀ ਅਮੂਰ ਨੇ ਉਸ ਦੇ ਵੀ ਤੁਸੀਂ ਨਿਗਾਹ ਰੱਖਦੇ ਹੋ ਸਾਰੇ। ਆਦਿਨ ਜੀ ਤੁਸੀਂ ਜਿਹੜੇ ਨਾ ਅਰਬ ਮੁਮਾਲਕ ਉਹ ਠੇਕੇ ਤੇ ਦੇ ਦੇਣ ਆਪਣਾ ਦਫਾ ਚੀਨ ਨੂੰ ਤੇ ਪਾਕਿਸਤਾਨ ਨੂੰ, ਕਿਆ ਇੰਜ ਹੋ ਸਕਦਾ?
ਇਹ ਤੁਸੀਂ ਬੜੀ ਨਾਜ਼ੁਕ ਤੇ ਖਤਰਨਾਕ ਗੱਲ ਕੀਤੀ ਹੈ ਔਰ ਇਸ ਤੇ ਹੁਣ ਜ਼ਿਆਦਾ ਵੈਸੇ ਗੱਲ ਨਹੀਂ ਹੋ ਸਕਦੀ ਨਾ ਹੀ ਕਰਾਓ ਤੇ ਮੇਰਾ ਖਿਆਲ ਹੈ ਕਿ ਨਹੀਂ ਮੈਨੂੰ ਦੱਸੋ ਨਾ ਮੇਰਾ ਉਹ ਘਰ ਹੈ ਹੁਣ ਤੁਸੀਂ ਰੋਜ਼ ਮਾਰਦੇ ਹੋ ਜੀ ਵੈਸੇ ਤੇ ਦੇਖੋ ਤੁਹਾਡਾ ਜਿਹੜਾ ਉਸੂਲੀ ਤੌਰ ਤੇ ਪੜੋਸੀ ਕਹਿ ਲਓ ਨਾ ਉਹਦਾ ਹੱਕ ਤਾਂ ਬਣਦਾ ਮਤਲਬ ਤੁਸੀਂ ਉਹਦਾ ਦਿਫਾ ਨਹੀਂ ਕਰ ਪਾ ਰਹੇ ਤੁਸੀਂ ਮਤਲਬ ਇੱਕ ਧਮਕੀ नहीं ला सकते ਤੁਸੀਂ ਕੋਈ नहीं उसने किया ना जसद मिली की तरह है हम मुसलमान जसद मिली वो देखो ना ओआईसी भी तो एक जसद मिली च आती है ना यही मैं कहना ना पिया की किरदार सारे मुसलमान भाई हैं सब नारे ने अच्छा ਸਾਰੇ ਨਾਰੇ ਤੁਸੀਂ ਦੇਖੋ ਤੁਹਾਡੇ ਨਾਲ ਜਦੋਂ ਇੰਡੀਆ ਦੇ ਹੁਣ ਤਾਜ਼ੀ ਤੁਸੀਂ ਵਾਕਿਆ ਦੇਖ ਲਓ ਨਾ ਆਪਣਾ ਜਿਹੜੀ ਇੰਡੀਆ ਨਾਲ ਸਾਡੀ ਜੰਗ ਹੋਈ ਇਹਨਾਂ ਅਰਬ ਕੰਟਰੀਜ਼ ਜਿਹੜੇ ਨੇ ਉਹਨਾਂ ਦੀ ਤਰਫੋਂ ਕੋਈ ਸਾਨੂੰ ਉਹ ਲੋਕ ਪਤਾ ਕੀ ਨਜ਼ਰ ਆਏ ਸੀ ਕਤਰ ਵਾਲੇ ਪਾਸੋਂ ਡਰੋਨ ਆਏ ਸਨ ਦੇਖੋ ਚੀਨ ਇਸਰਾਈਲੀ ਡਰੋਨ ਔਰ ਬੰਦੇ ਵੀ ਕਤਰ ਵਾਲੇ ਪਾਸੋਂ ਆਏ ਸਨ ਚੀਨ ਆ ਗਿਆ ਤੁਰਕੀ ਆ ਗਿਆ ਤੁਹਾਡਾ ਆਜ਼ਰਬਾਈਜਾਨ ਆ ਗਿਆ ठीक है जिन्होंने खुल के ईरान भी आया ईरान आया ਅਸੀਂ ਵੀ ਉਹਦੇ ਨਾਲ ਰਹੇ खुल के हिमायत ਕੀਤੀ ਅਸੀਂ ਸਾਡੇ ਵਜ਼ੀਰ ਆਜ਼ਮ ਸਾਹਿਬ ਕਤਰ ਨੇ ਕੋਈ ਇੱਕ ਲਫ਼ਜ਼ ਵੀ ਸਾਡੇ ਹਿਮਾਇਤ ਵਿੱਚ ਕੀਤਾ ਸੀ ਜਦੋਂ ਅਸੀਂ ਜੰਗ ਲੜ ਰਹੇ ਸੀ ਤੇ ਹੁਣ ਸੁਣਿਆ ਹੁਣ ਅਸੀਂ ਨਸਦੇ ਚਲੇ ਗਏ ਕਤਰ ਸੁਣਿਆ ਪਤਾ ਕੀ ਲੱਗਾ ਜੇ ਈਰਾਨ ਵਿੱਚ ਵੀ ਜਿਹੜਾ ਉਹ ਕੰਮ ਇੰਡੀਅਨ ਰਾਹ ਦੇ ਏਜੰਟਾਂ ਨੇ ਕੀਤਾ ਹੈ ਤੇ ਕਤਰ ਵਿੱਚ ਵੀ ਆਦੇ ਰਾਹ ਦੇ ਏਜੰਟਾਂ ਨੇ ਸਾਰਾ ਕੰਮ ਕੀਤਾ ਹੈ ਔਰ ਰਾਹ ਦੀ ਤੇ ਮੁਸਾਦ ਦਾ ਜਿਹੜਾ ਤਲਕ ਹੈ ਨੈਕਸਸ ਹੈ ਉਹ ਬੜਾ ਪੁਰਾਣਾ ਹੈ ਉਹ ਟ੍ਰੇਨਿੰਗ ਤੇ ਟਾਰਚਰ ਤੇ ਸਾਰਾ ਕੁਝ ਉਹ ਮੁੱਤਾਂ ਦਾ ਕਰਦੇ ਨੇ ਦਫਾਈ ਵਾਅਦੇ ਇਸਰਾਈਲ ਦੇ ਤੇ ਇੰਡੀਆ ਦੇ ਹਨ ਤੁਹਾਨੂੰ ਪਤਾ ਹੈ ਮਾਜ਼ੀ ਚ ईरान साढ़े तो थोड़ा दूर हो गया साढ़े वो ताल्लुकात उस तरह दे नहीं रहे सन इंडिया ने आके विच ना जिहड़ा है वो लुच तलिया सी ते इंडिया और ईरान जिहड़े ने एक दूसरे बड़े क्लोज हो गए सन और उछल निकल के अफगानिस्तान जाते सन बाहर बंदरगाह जिहड़ी कलभूषण भी वो एपिसोड सामने में तरक्की दा ठेका भी मतलब इंडिया नु इंडिया ले लिया सी लेकिन हुण जिहड़ी ये जंग होई इसराइल दे नाल ईरान दी ते ईरान नु पता लग गया कि मेरा कौन दुश्मन है ते कौन दोस्त है कौन दुश्मन है और तुहानू पता बड़े सारे राह दे जिहड़े एजेंट ने वो इस ईरान दे अंदर सरगर्म सन और इस दो जंग वो पड़े गए उन्होंने पोल खुलिया और तुसी वही देखो कि हमास दी लीडरशिप ते जदों ईरान विच सी ते बड़ा एक्यूरेट अटैक ईरान विच भी होया हुण कतर विच दी हमास बड़ा एक्यूरेट होया हां बच्चे बंदे बच गए लेकिन आखिर हमास दी लीडरशिप ते क्यों इतना एक्यूरेट अटैक जिहड़ा है वो कीता जांदा है इस अटैक विच अगरचे एक क़यादत जिहड़ी वो मुज़ाकरात वास्ते जिहड़े उधर लीडर मौजूद सन वो बच गए अल्लाह दी मेहरबानी नाल लेकिन ये है कि बहरहाल अटैक ते उस जगह ते होया और इस दा रीजन की सी कौन ने जिहड़े इतनी एक्यूरेट इन्फॉर्मेशन इसराइल नूं पहुंचांदे ने ਤੇ ਉਹ ਮੁਸਾਦ ਔਰ ਰਾਹ ਦਾ ਜਿਹੜਾ ਹੈ ਉਹ ਆਪਸ ਵਿੱਚ ਇੱਕ ਕਨੈਕਸ਼ਨ ਜਿਹੜਾ ਨਜ਼ਰ ਆਉਂਦਾ ਬੜਾ ਵਾਜ਼ਿਹ ਸੀਆਈਏ ਕਿਉਂ ਭੁੱਲਦੇ ਪਏ ਉਹ ਵੀ ਹੈ ਨਾ ਜੀ ਸੀਆਈਏ ਜਿਹੜਾ ਉਹ ਟੇਬਲ ਸੇ ਜਾਂਦਾ ਹੈ ਸੀਆਈਏ ਦੱਸ ਦਿੰਦਾ ਦੇਖੋ ਫਰੰਟ ਤੇ ਜਿਹੜੇ ਹਨ ਫਰੰਟ ਤੇ ਫਿਰ ਇਹ ਨਹੀਂ ਨਾ ਔਰ ਨਾ ਦੋਹਾ ਮੁਜ਼ਾਕਰਾਤ ਹੋ ਰਿਹਾ ਹੈ ਸਾਰਾ ਇਹ ਕੌਣ ਕਰਾਂਦਾ ਹੈ ਇਹ ਅਮਰੀਕਾ ਦੇ ਕਹਿਣ ਨਾਲ ਹੀ ਹੁੰਦੇ ਨਾ ਅਮਰੀਕਾ ਦੇ ਕਹਿਣ ਨਾਲ ਔਰ ਕੋਈ ਹਮਲਾ ਦੇਖੋ ਜਿਹੜਾ ਈਰਾਨ ਤੇ ਹਮਲਾ ਆਇਆ ਉਸ ਤੇ ਵੀ ਈਰਾਨ ਨੇ ਅਮਰੀਕਾ ਨੇ ਕਿਹਾ ਜੀ ਸਾਨੂੰ ਪਤਾ ਨਹੀਂ ਸੀ ਹੁਣ ਕਤਰ ਵਿੱਚ ਜਿਹੜਾ ਸਾਨੂੰ ਨਹੀਂ ਪਤਾ ਸੀ ਮਤਲਬ ਹੈ ਇਸਰਾਈਲ ਜਿਹੜਾ ਹੁਣ ਇਤਨਾ ਕੋਈ ਦੁਨੀਆ ਮੰਨਦੀ ਹੈ ਗੱਲ ਕਿ ਇਹ ਮੰਨਣ ਵਾਲੀ ਗੱਲ ਨਹੀਂ ਹੈ ਅਮਰੀਕਾ ਨੂੰ ਪਤਾ ਹੀ ਕੋਈ ਅਮਰੀਕਾ ਨੂੰ ਪਤਾ ਨਹੀਂ ਔਰ ਇਸਰਾਈਲ ਜਿਹੜੇ ਉਹ ਮਤਲਬ ਜਿੱਧਰ ਦਿਲ ਚਾਹੇ ਉੱਥੇ ਹਮਲਾ ਕਰ ਰਹੇ ਹੋ ਅੱਛਾ ਇੱਕ ਗੁਜ਼ਾਰਿਸ਼ ਹੈ ਤੁਸੀਂ ਸੈਕੰਡ ਕਰੋਗੇ ਕਿ ਅਸੀਂ ਹੁਣ ਏਸ਼ੀਆ ਦੀ ਸਤ੍ਹਾ ਤੇ ਇੱਕ ਐਸੀ ਸੂਰਤ ਬਣਾ ਲਈਏ ਤੇ ਅਰਬ ਜਿਹੜੇ ਨੇ ਉਹ ਅਮਰੀਕਾ ਕੋਲ ਚੁੰਡ ਛਡਾ ਕੇ ਤੇ रूस ते अपनी चीन ते पाकिस्तान ते ईरान ते सारे रल के इधरों एक खुदा एक रसूल एक किताब और दूसरा एशिया अजीम है एशिया अजीम करके कोई ऐसी सूरत बनान ते ये जिहड़ी तीसरी आलमी जंग है या ते छेड़ी जाएगी या मुक जाएगी की कहंदे हो देखो जिस तरह तुसी शुरू जिक्र कीता सी कि तीसरी आलमी जंग हुण जिहड़ी टुकड़ियां च लड़ाई हो रही है हुंदी है भाई ठीक है वो ते तुसी कह सकते हो कि इस तरह दी एक आलमी सतह ते एक जंग दी कैफियत मौजूद है लेकिन गल वही है कि अमरीका दी तरफ जिहड़े कंट्रीज जिहड़ी अरब रियासतां साडियां गईयां ने क्यों गईयां अपनी प्रोटेक्शन वास्ते ठीक है प्रोटेक्शन होना कीती कोई नहीं प्रोटेक्शन होना कीती कोई नहीं जिस तरह हुण दीगर मुल्क एशिया दे सोच रहे ने कि उन्हां नूं अपना एक इत्तेहाद बनाना चाहिए ते इस तरह इन्हां नूं भी सोचना चाहिए अरबां नूं भी कि यार असी ज्यादा महफूज किथे हां अपना इत्तेहाद बना लेना एशिया दा इत्तेहाद बना लेना कुछ कर लेना बिल्कुल लेकिन देखो ना इसराइल तो हुण ओ बिल्कुल नजर आ रहा है कि उन्हें ग्रेटर
ਇਸਰਾਈਲ ਤੇ ਕੰਮ ਕਰਨਾ ਹੈ ਔਰ ਉਹਦੀ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਇਹ ਜਿਹੜੀਆਂ ਤੁਸੀਂ ਕਹਿ ਲਓ ਕਿ ਜਹਰੀਅਤ ਪਸੰਦੀ ਹੈ ਇਹ ਜ਼ਰੂਰ ਅੱਗੇ ਵਧੇਗੀ। ਤੋਸੀ ਪਸੰਦੀ ਅੱਗੇ ਇਹਨੇ ਹਾਲੀ ਕੰਮ ਨਹੀਂ ਹੋਣਾ, ਇਹਨੇ ਅੱਗੇ ਵਧਣਾ ਹੈ। ਤੇ ਅਰਬ ਕੰਟਰੀਜ਼ ਨੂੰ ਸੋਚਣਾ ਚਾਹੀਦਾ ਹੈ ਕਿ ਜੀ ਕੱਲ ਨੂੰ ਇਹ ਅਗਰ ਹੋਰ ਮਜ਼ੀਦ ਅੱਗੇ ਆ ਗਏ ਠੀਕ ਹੈ ਤੇ ਫਿਰ ਸਾਡਾ ਕੀ ਬਣੇਗਾ, ਅਸੀਂ ਕਿਸ ਤਰ੍ਹਾਂ ਆਪਣਾ ਦਿਫਾ ਕਰਾਂਗੇ। ਅੱਛਾ, ਇਹਦਾ ਮਤਲਬ ਹੋਇਆ ਅਮਰੀਕਾ, ਇਸਰਾਈਲ ਤੇ ਇੰਡੀਆ ਤੇ ਇਹ ਜਿਹੜੇ ਤਿੰਨ ਵੱਧਦੇ ਚਲੇ ਜਾ ਰਹੇ ਨੇ, ਤੇ ਕਿਆ ਅਰਬਾਂ ਨੂੰ ਤੁਰਕੀਆ, ਈਰਾਨ, ਪਾਕਿਸਤਾਨ, ਰੂਸ ਤੇ ਜਿਹੜਾ ਚੀਨ ਦਾ ਬਲਾਕ ਹੈ ਉਹ ਨੱਪਣਾ ਪਵੇਗਾ, ਉਹਦੇ ਸ਼ਾਮਲ ਹੋਣਾ ਪਵੇਗਾ, ਤਾਂ ਬਣੇਗੀ ਗੱਲ। ਇਹ ਗੱਲਾਂ ਅਸਾਂ ਬਹੁਤੀਆਂ ਸਾਰੀਆਂ ਕਰ ਲਈਆਂ ਨੇ। ਆਪਣੇ ਯਾਰ, ਆਪਣੇ ਬੇਲੀ ਅਹਿਮਦ ਲਤੀਫ ਤੇ ਜ਼ਫਰ ਹਾਸ਼ਮੀ ਨੂੰ ਦਿਓ ਇਜਾਜ਼ਤਾਂ। ਰੱਬ ਰੱਖਾ।